ਰਾਜਾ ਮਾਨ ਸਿੰਘ ਨੂੰ ਪਹਿਲੀ ਸਮੱਸਿਆ ਤੇ ਇਹ ਆਉਂਦੀ ਹੈ ਕਿ ਔਰੰਗਜ਼ੇਬ ਉਸ ਨੂੰ ਮਰਵਾਉਣਾ ਚਾਹੁੰਦਾ ਹੈ, ਕਿਉਂਕਿ ਔਰੰਗਜ਼ੇਬ ਨੇ ਰਾਜਾ ਜੈ ਸਿੰਘ ਨੂੰ ਵੀ ਮਰਵਾ ਦਿੱਤਾ ਸੀ। ਉਸ ਨੂੰ ਕਿਲਰ ਰੌਬਸ ਕਹਿੰਦੇ ਨੇ, ਮਾਤਮੀ ਖਿੱਲਤ। ਜਿਸ ਤਰ੍ਹਾਂ ਦੇ ਨਾਲ ਹੁਣ ਕੋਵਿਡ ਫੈਲਿਆ ਹੋਇਆ, ਜਦੋਂ ਉਹਨਾਂ ਸਮਿਆਂ ਦੇ ਵਿੱਚ ਕੋਈ ਇਵੇਂ ਦੀ ਬਿਮਾਰੀ ਫੈਲਦੀ ਸੀ ਨਾ, ਵਾਇਰਲ ਬਿਮਾਰੀ ਜਿਹਦੇ ਨਾਲ ਮੌਤਾਂ ਹੁੰਦੀਆਂ ਸੀ, ਤੇ ਰਾਜਿਆਂ ਦੇ ਵਾਸਤੇ ਤਾਂ ਸੁਨਹਿਰੀ ਸਮਾਂ ਹੁੰਦਾ ਸੀ। ਮਰੀਜ਼ ਤਾਂ ਮਰਦੇ ਸੀਗੇ ਤੇ ਰਾਜੇ ਕੀ ਕਰਦੇ ਸੀਗੇ ਕਿ ਰਾਜੇ ਆਪਣੇ ਵੈਦਾਂ ਨੂੰ ਕਹਿੰਦੇ ਸੀਗੇ ਕਿ ਤੁਸੀਂ ਇਹਨਾਂ ਮਰੀਜ਼ਾਂ ਨੂੰ ਕੱਪੜੇ ਪਵਾ ਕੇ ਨਾ ਤੇ ਉਤਾਰ ਕੇ ਰੱਖ ਲਓ। ਉਹ ਪ੍ਰੀਜ਼ਰਵ ਕਰਕੇ ਰੱਖ ਲਏ ਜਾਂਦੇ ਸੀ, ਔਰ ਫਿਰ ਬੜੇ ਸੁੰਦਰ ਬਸਤਰ ਤਿਆਰ ਕਰਕੇ ਉਹਦੇ ਥੱਲੇ ਉਹ ਕੀਟਾਣੂਆਂ ਵਾਲੇ ਕੱਪੜੇ ਲਾਏ ਜਾਂਦੇ ਸੀ। ਉਹਨੂੰ ਕਿਲਰ ਰੌਬਸ ਕਿਹਾ ਜਾਂਦਾ ਸੀ। ਪੀਟਰ ਰੌਬਰਟ ਦਾ ਇੱਕ ਬਹੁਤ ਵੱਡਾ ਥੀਸਿਸ ਹੈ, ਕਿਲਰ ਰੌਬਸ ਇਨ ਇੰਡੀਆ। ਉਹ ਮਾਤਮੀ ਖਿੱਲਤ ਤਿਆਰ ਕੀਤੀ ਜਾਂਦੀ ਸੀ, ਤੇ ਜਿਹੜੇ ਬੰਦੇ ਨੂੰ ਦਿੱਤੀ ਜਾਂਦੀ ਸੀ ਉਹ ਬੰਦਾ ਬੜਾ ਖੁਸ਼ ਹੁੰਦਾ ਸੀ ਕਿ ਮੈਨੂੰ ਰਾਜੇ ਨੇ ਤੋਹਫਾ ਦਿੱਤਾ ਹੈ, ਪਰ ਕੁਝ ਦਿਨਾਂ ਬਾਅਦ ਹੀ ਉਹਦੀ ਉਸ ਬਿਮਾਰੀ ਨਾਲ ਮੌਤ ਹੋ ਜਾਂਦੀ ਸੀ। ਉਹਨੂੰ ਕਿਲਰ ਰੌਬ ਕਿਹਾ ਜਾਂਦਾ ਸੀ। ਸੋ ਜੈ ਸਿੰਘ ਨੂੰ ਕਿਲਰ ਰੌਬ ਦੇ ਨਾਲ ਮਰਵਾ ਦਿੱਤਾ। ਤੇ ਮਾਨ ਸਿੰਘ ਦੇ ਬਾਰੇ ਰਾਜਾ ਔਰੰਗਜ਼ੇਬ ਚਾਹੁੰਦਾ ਸੀਗਾ ਕਿ ਜੇਕਰ ਇਹ ਅਸਾਮ ਦੇ ਵਿੱਚ ਉਸ ਇਲਾਕੇ ਨੂੰ ਜਿੱਤ ਲਵੇਗਾ ਤੇ ਅਸਾਮ ਮੇਰੇ ਥੱਲੇ ਆ ਜਾਵੇਗਾ, ਤੇ ਜੇ ਨਾ ਜਿੱਤ ਸਕਿਆ, ਮਰ ਜਾਵੇਗਾ, ਤੇ ਰਾਜਪੁਤਾਨਾ ਮੇਰੇ ਥੱਲੇ ਆ ਜਾਵੇਗਾ। ਕਿ ਉਹਦੇ ਤੇ ਦੋਵਾਂ ਹੀ ਹੱਥਾਂ ਦੇ ਵਿੱਚ ਲੱਡੂ ਸੀ। ਇਸ ਕਰਕੇ ਉਸਨੇ ਮਾਨ ਸਿੰਘ ਨੂੰ ਉੱਧਰ ਭੇਜ ਦਿੱਤਾ। ਤੇ ਮਾਨ ਸਿੰਘ ਉੱਥੇ ਜਾ ਕੇ ਜਦੋਂ ਮਿਲਦਾ ਸ਼ਾਇਸਤਾ ਖਾਨ ਨੂੰ, ਤੇ ਮਾਨ ਸਿੰਘ ਨੂੰ ਇਹ ਖਬਰ ਮਿਲਦੀ ਹੈ ਕਿ ਇੱਥੇ ਬੰਗਾਲ ਦੇ ਲੋਕ ਜਾਦੂ ਬੜਾ ਜਾਣਦੇ ਨੇ। ਹੁਣ ਅਸੀਂ ਪੇਸ਼ ਕਿਵੇਂ ਕੀਤਾ ਗੁਰੂ ਸਾਹਿਬ ਦੀ ਸ਼ਖਸੀਅਤ ਨੂੰ, ਕਿ ਗੁਰੂ ਸਾਹਿਬ ਨੂੰ ਉੱਥੇ ਲਿਜਾਇਆ ਗਿਆ ਜਾਦੂ ਨੂੰ ਡੱਕਣ ਦੇ ਵਾਸਤੇ, ਕਿ ਗੁਰੂ ਸਾਹਿਬ ਕੋਈ ਜਾਦੂਗਰ ਸੀ। ਔਰ ਜਿਹੜਾ ਬਲੈਕ ਮੈਜਿਕ ਹੈ ਤਾਂ ਹੁਣ ਸਿਖਾਇਆ ਜਾਂਦਾ, ਇੱਕ ਤਰ੍ਹਾਂ ਦੀ ਖੇਡ ਹੈ, ਇੱਕ ਸਿੱਖਿਆ ਹੈ। ਜਾਦੂ ਨਾਲ ਦੀ ਕੋਈ ਚੀਜ਼ ਹੀ ਨਹੀਂ, ਪਰ ਸਾਨੂੰ ਇਹੀ ਕੁਝ ਸੁਣਾਇਆ ਜਾਂਦਾ। ਪਰ ਨਹੀਂ, ਅਸੀਂ ਗੁਰੂ ਸਾਹਿਬ ਦੇ ਡਿਪਲੋਮੈਟਿਕ ਰਿਲੇਸ਼ਨ ਕਿੱਡੇ ਵੱਡੇ ਪੱਧਰ ਤੇ ਸੀ, ਤੇ ਉਹਨਾਂ ਦੀ ਵਾਰ ਸਟ੍ਰੈਟਜੀ ਜਿਹੜੀ ਸੀ, ਯੁੱਧ ਨੀਤੀ ਜਿਹੜੀ ਸੀ, ਉਹ ਕਿਸ ਪੱਧਰ ਦੀ ਸੀ। ਜਦੋਂ ਮਾਨ ਸਿੰਘ ਗੁਰੂ ਸਾਹਿਬ ਦੇ ਕੋਲ ਆ ਕੇ ਕਹਿੰਦਾ ਕਿ ਆਹ ਸਮੱਸਿਆ ਤੇ ਓਮ ਟਰਾਈਬਸ ਦੇ ਨਾਲ ਜੰਗ ਆ, ਤੇ ਗੁਰੂ ਪਾਤਸ਼ਾਹ ਕਹਿੰਦੇ ਵੈਸੇ ਤਾਂ ਮੈਂ ਕੰਪਰੋਮਾਈਜ਼ ਕਰਾ ਦੂੰਗਾ। ਦੋ ਦੇਸ਼ਾਂ ਦੀ ਸੰਧੀ ਗੁਰੂ ਸਾਹਿਬ ਕਰਾਉਂਦੇ ਨੇ। ਅਹੋਮ ਉਸ ਵੇਲੇ ਵੱਖਰਾ ਰਾਜਾ ਹੈ, ਵੱਖਰਾ ਸਟੇਟ ਹੈ। ਇੱਥੇ ਔਰੰਗਜ਼ੇਬ ਵੱਖਰਾ ਰਾਜ ਹੈ, ਵੱਖਰਾ ਸਟੇਟ ਹੈ। ਅੱਜ ਯੂਕਰੇਨ ਤੇ ਰਸ਼ੀਆ ਦੀ ਜੰਗ ਹੋ ਰਹੀ ਹੈ ਨਾ, ਯੂਐਨਓ ਦੇ ਕੋਲੋਂ ਟ੍ਰੀਟੀ ਨਹੀਂ ਹੋ ਰਹੀ, ਪਰ ਗੁਰੂ ਸਾਹਿਬ ਦੇ ਉਸ ਵੇਲੇ ਦਾ ਉਹਨਾਂ ਦਾ ਜਿਹੜਾ ਕਹਿ ਸਕਦੇ ਹਾਂ ਕਿ ਜਿਹੜੇ ਡਿਪਲੋਮੈਟਿਕ ਰਿਲੇਸ਼ਨਸ ਨੇ, ਉਹਨਾਂ ਦਾ ਅਧਿਐਨ ਕਰੋ। ਸਿਰਫ ਅਸੀਂ ਜਾਦੂ ਨਾਲ ਨਾ ਜੋੜ ਦਈਏ ਕਿ ਦੋ ਰਾਜਾਂ ਦੀ ਜੰਗ, ਉਸ ਜੰਗ ਨੂੰ ਖਤਮ ਕਰਾਉਣਾ, ਸੰਧੀ ਕਰਾਉਣੀ, ਤੇ ਫਿਰ ਦੋਵਾਂ ਫੌਜਾਂ ਨੂੰ ਕਹਿਣਾ ਕਿ ਹੁਣ ਤੁਸੀਂ ਆਪਸ 'ਚ ਲੈਣਾ ਦੇਣਾ ਕੁਛ ਨਹੀਂ। ਇੱਥੇ ਗੁਰੂ ਨਾਨਕ ਸਾਹਿਬ ਆਏ ਸੀ, ਉਹਨਾਂ ਦੀ ਯਾਦ ਦੇ ਵਿੱਚ ਜਗ੍ਹਾ ਬਣਾ ਦਿਓ। ਕਿੰਨਾ ਪ੍ਰਭਾਵ ਹੋਏਗਾ ਗੁਰੂ ਸਾਹਿਬ ਦਾ। ਸੋ ਮਾਨ ਸਿੰਘ ਗੁਰੂ ਸਾਹਿਬ ਨੂੰ ਕਹਿੰਦਾ ਕਿ ਇੱਥੇ ਮੇਰੀਆਂ ਫੌਜਾਂ ਨੂੰ ਸਮੱਸਿਆ ਹੈ, ਤੇ ਗੁਰੂ ਸਾਹਿਬ ਕਹਿੰਦੇ ਨੇ ਕਿ ਇੱਥੋਂ ਦੀ ਸਮੱਸਿਆ ਇਹ ਹੈ ਕਿ ਇੱਥੋਂ ਦੇ ਅਹੋਮ ਕਬੀਲੇ ਦੇ ਲੋਕ ਜੜੀ ਬੂਟੀਆਂ ਦੇ ਨਾਲ ਪਾਣੀ ਨੂੰ ਜ਼ਹਿਰੀਲਾ ਕਰਨਾ ਜਾਣਦੇ ਨੇ। ਇਸ ਕਰਕੇ ਤੂੰ ਆਪਣੀਆਂ ਫੌਜਾਂ ਨੂੰ ਸਮਝਾਉਣਾ ਹੈ ਕਿ ਇਹ ਫੌਜਾਂ ਉੱਥੋਂ ਪਾਣੀ ਪੀਣ ਜਿੱਥੋਂ ਦੁਸ਼ਮਣ ਪਾਣੀ ਪੀਂਦਾ ਹੋਵੇ। ਇਹਦਾ ਮਤਲਬ ਪਾਣੀ ਸਾਫ਼ ਹੋਵੇਗਾ। ਦੂਜੀ ਗੱਲ, ਘੋੜਾ ਕਦੀ ਜ਼ਹਿਰੀਲਾ ਪਾਣੀ ਨਹੀਂ ਪੀਂਦਾ, ਘੋੜਾ ਕਦੀ ਮਾੜਾ ਪਾਣੀ ਨਹੀਂ ਪੀਂਦਾ। ਦੂਸਰੀ ਗੱਲ ਗੁਰੂ ਸਾਹਿਬ ਨੇ ਉਸ ਨੂੰ ਸਮਝਾਈ ਕਿ ਜਿੱਥੇ ਵੀ ਪਾਣੀ ਪੀਣਾ ਹੈ, ਪਹਿਲਾਂ ਆਪਣੇ ਘੋੜਸਵਾਰਾਂ ਨੂੰ ਕਹਿਣਾ ਘੋੜਿਆਂ ਨੂੰ ਪਾਣੀ ਪਿਓ। ਤੀਸਰੀ ਗੱਲ ਸਮਝਾਈ ਕਿ ਜਿੱਥੇ ਵੀ ਤੇਰੀ ਫੌਜ ਨੇ ਟਿਕਾਣਾ ਕਰਨਾ ਹੈ, ਉਹ ਜਗ੍ਹਾ ਨੀਵੀਂ ਨਹੀਂ ਹੋਣੀ ਚਾਹੀਦੀ, ਕਿਉਂਕਿ ਇਸ ਕਬੀਲੇ ਦੇ ਲੋਕ ਪਾਣੀ ਨੂੰ ਡੱਕ ਕੇ ਬਾਅਦ ਵਿੱਚ ਪਾਣੀ ਨੂੰ ਛੱਡ ਦਿੰਦੇ ਨੇ, ਬੰਨ੍ਹ ਤੋੜ ਕੇ, ਤੇ ਫੌਜ ਰੁੜ ਜਾਂਦੀ ਹੈ, ਜਿਹਨੂੰ ਜਾਦੂ ਦੇ ਰੂਪ 'ਚ ਵੇਖਿਆ ਜਾਂਦਾ ਸੀ। ਸੋ ਗੁਰੂ ਸਾਹਿਬ ਜਦੋਂ ਇਹ ਗੱਲਾਂ ਸਮਝਾਉਂਦੇ ਨੇ, ਤੇ ਉਹ ਇਹੀ ਗੱਲਾਂ ਤੇ ਅਸਰ ਕਰਦਾ ਹੈ। ਇੱਕ ਛੋਟੀ ਜਿਹੀ ਜੰਗ ਤੋਂ ਬਾਅਦ ਦੋ ਧਿਰਾਂ ਦੇ ਵਿੱਚ ਸੰਧੀ ਹੋ ਜਾਂਦੀ ਹੈ। ਸੋ ਉਸ ਸੰਧੀ ਤੋਂ ਬਾਅਦ ਕੁਦਰਤਨ ਜਿਹੜਾ ਗੁਰੂ ਸਾਹਿਬ ਦਾ ਕੱਦ ਹੈ, ਉਹ ਦੋਹਾਂ ਧਿਰਾਂ ਦੇ ਵਿੱਚ ਹੋਰ ਉੱਚਾ ਹੋ ਜਾਂਦਾ ਹੈ। ਉਹ ਚਾਹੇ ਸ਼ਾਇਸਤਾ ਖਾਨ ਹੈ, ਚਾਹੇ ਤਰਬੀਅਤ ਖਾਨ ਦਾ ਪਰਿਵਾਰ ਹੈ, ਚਾਹੇ ਮਾਨ ਸਿੰਘ ਦਾ ਪਰਿਵਾਰ ਹੈ, ਉਹ ਸਾਰੇ ਗੁਰੂ ਘਰ ਦੇ ਸ਼ਰਧਾਲੂ। ਤੇ ਹੁਣ ਇੱਧਰ ਔਰੰਗਜ਼ੇਬ ਨੂੰ ਜਦੋਂ ਇਹ ਪਤਾ ਲੱਗਦਾ ਹੈ ਕਿ ਇਹ ਇਲਾਕਾ ਜਿਹੜਾ ਹੈ, ਇੱਥੇ ਸੰਧੀ ਹੋ ਗਈ ਹੈ, ਤੇ ਹੁਣ ਫਿਰ ਹਿੰਦੁਸਤਾਨ ਨੂੰ ਦਾਰੁਲ ਇਸਲਾਮ ਜਿਹੜਾ ਉਹ ਐਲਾਨ ਦਿੱਤਾ ਜਾਵੇ। ਹੁਣ ਜਿਹੜਾ ਦਾਰੁਲ ਇਸਲਾਮ ਧਰਮ ਹੈ, ਨਾ ਇਹ ਕੁਰਾਨ ਸ਼ਰੀਫ ਦੇ ਵਿੱਚ ਹੈ, ਨਾ ਹਦੀਸ ਦੇ ਵਿੱਚ ਹੈ, ਨਾ ਫਜ਼ਾਇਲੇ ਅਮਾਲ ਦੇ ਵਿੱਚ, ਨਾ ਫੈਜ਼ਾਨੇ ਸੁਨਨਤ ਦੇ ਵਿੱਚ, ਨਾ ਤਰੀਕੇ ਇਸਲਾਮ ਦੇ ਵਿੱਚ, ਨਾ ਤਲੀਮੁਲ ਇਸਲਾਮ ਦੇ ਵਿੱਚ। ਮੇਰਾ ਕਹਿਣ ਤੋਂ ਭਾਵ ਕਿ ਇਸਲਾਮ ਦੀਆਂ ਜਿੰਨੀਆਂ ਵੀ ਪੁਰਾਣੀਆਂ ਕਿਤਾਬਾਂ ਨੇ, ਜਿੰਨੀਆਂ ਵੀ ਧਾਰਮਿਕ ਪੁਸਤਕਾਂ ਨੇ, ਜਿੰਨੇ ਵੀ ਉਹਨਾਂ ਦੇ ਪੁਰਾਣੇ ਸਰੋਤ ਨੇ, ਉਹਨਾਂ ਦੇ ਵਿੱਚ ਦਾਰੁਲ ਇਸਲਾਮ ਟਰਮ ਨਹੀਂ ਹੈਗੀ। ਪਰ ਇਸ ਟਰਮ ਨੂੰ ਕਿਸ ਨੇ ਬਣਾਇਆ? ਅਬੂ ਹਨੀਫਾ। ਹਨੀਫਾ ਸਕਾਲਰ ਸੀ, ਹਨਫੀ ਸਕਾਲਰਸ ਉਹਨਾਂ ਨੂੰ ਕਿਹਾ ਜਾਂਦਾ। ਉਹਨਾਂ ਨੇ ਇੱਕ ਟਰਮ ਡਿਫਾਈਨ ਕੀਤੀ। ਉਹਨਾਂ ਨੇ ਕਿਹਾ ਜਿਹੜੇ ਇਲਾਕੇ 'ਚ ਇਸਲਾਮ ਦਾ ਰਾਜ ਹੀ ਨਹੀਂ ਹੈਗਾ, ਉਹਨੂੰ ਕਹੋ ਦਾਰੁਲ ਕੁਫਰ। ਜਿੱਥੇ ਰਾਜਾ ਇਸਲਾਮ ਦਾ ਹੈ ਪਰ ਹੋਰ ਧਰਮਾਂ ਦੇ ਲੋਕ ਵੀ ਵਸਦੇ ਨੇ, ਉਹਨੂੰ ਕਹੋ ਦਾਰੁਲ ਹਰਬ। ਤੇ ਜਿੱਥੇ ਇਸਲਾਮ ਦਾ ਰਾਜਾ, ਇਸਲਾਮ ਦਾ ਕਾਨੂੰਨ ਤੇ ਸਾਰੇ ਮੰਨਣ ਵਾਲੇ ਲੋਕ ਵੀ ਇਸਲਾਮ ਦੇ, ਉਹਨੂੰ ਕਹੋ ਦਾਰੁਲ ਇਸਲਾਮ।
ਔਰੰਗਜ਼ੇਬ ਨੇ ਇਸਲਾਮ ਦੇ ਖਲੀਫੇ ਨੂੰ ਚਿੱਠੀ ਲਿਖੀ ਕਿ ਹਿੰਦੁਸਤਾਨ ਨੂੰ ਦਾਰੁਲ ਇਸਲਾਮ ਘੋਸ਼ਿਤ ਕੀਤਾ ਜਾਵੇ। ਤੇ ਉਹਨੇ ਕਿਹਾ ਇੰਜ ਕਿਵੇਂ ਕੀਤਾ ਜਾ ਸਕਦਾ? ਉਸਨੇ ਵਾਪਸੀ ਜਵਾਬ ਭੇਜਿਆ, ਇੰਜ ਕਿਵੇਂ ਕੀਤਾ ਜਾ ਸਕਦਾ ਹੈ? ਤੇਰੇ ਰਾਜ ਦੇ ਵਿੱਚ ਅਜੇ ਸਾਰੇ ਲੋਕੀ ਇਸਲਾਮ ਦੇ ਧਾਰਨੀ ਨਹੀਂ ਹੋਏ, ਤੇ ਇਸ ਨੂੰ ਦਾਰੁਲ ਇਸਲਾਮ ਜਿਹੜਾ ਉਹ ਕਿਵੇਂ ਐਲਾਨਿਆ ਜਾ ਸਕਦਾ ਹੈ? ਸੋ ਸਭ ਤੋਂ ਪਹਿਲਾਂ ਤੂੰ ਸਾਰੇ ਲੋਕਾਂ ਨੂੰ ਇਸਲਾਮ ਦੇ ਦਾਇਰੇ ਦੇ ਵਿੱਚ ਲੈ ਕੇ ਆ। ਹੁਣ ਇਸਲਾਮ ਦੇ ਦਾਇਰੇ ਦੇ ਵਿੱਚ ਲਿਆਉਣ ਦੇ ਵਾਸਤੇ ਸਭ ਤੋਂ ਪਹਿਲਾਂ ਇਲਾਕਾ ਚੁਣਿਆ ਜਾਂਦਾ ਕਸ਼ਮੀਰ। ਉਹਦਾ ਇੱਕ ਕਾਰਨ ਹੈ, ਕਸ਼ਮੀਰ ਦੇ ਪੰਡਤ ਬਹੁਤ ਵਿਦਵਾਨ ਸਨ, ਸਕਾਲਰ ਸਨ। ਜਿਹੜਾ ਵਿਦਵਾਨ ਬੰਦਾ ਹੁੰਦਾ ਨਾ, ਉਹ ਕਈ ਵਾਰੀ ਲਾਲਚੀ ਵੀ ਹੁੰਦਾ, ਤੇ ਜਦੋਂ ਵਿਦਵਾਨ ਬੰਦਾ ਧਰਮ ਤਬਦੀਲੀ ਕਰ ਲਵੇ, ਆਮ ਲੋਕ ਆਪੇ ਉਸ ਦੇ ਪਿੱਛੇ ਆ ਜਾਂਦੇ ਨੇ। ਇੱਕ ਪ੍ਰੋਫੈਸਰ ਜਿਹੜਾ ਨਾ, ਉਹ ਜੋਤਸ਼ੀ ਦੇ ਕੋਲ ਬੈਠਾ ਹੋਵੇ ਜਾਂ ਉਹ ਕਿਤੇ ਨਗਾ ਵਾਲੀ ਮੁੰਦਰੀ ਪਾਉਂਦਾ ਹੋਵੇ ਨਾ, ਤੇ ਸਟੂਡੈਂਟ ਤੇ ਆਪੇ ਜੋਤਸ਼ੀ ਦੇ ਪਿੱਛੇ ਤੁਰ ਪੈਂਦੇ ਕਿ ਪ੍ਰੋਫੈਸਰ ਸਾਡਾ ਸਾਇੰਸ ਦਾ, ਜੇ ਉਹ ਜੋਤਸ਼ੀ ਦੇ ਕੋਲ ਬੈਠਾ ਸ਼ਨੀਵਾਰ ਵਾਲੇ ਦਿਨ ਤੇ ਜ਼ਰੂਰ ਕੁਝ ਹੋਵੇਗਾ। ਇਹਦਾ ਮਤਲਬ ਕਿ ਪੜ੍ਹਿਆ ਲਿਖਿਆ ਵਿਅਕਤੀ ਜਦੋਂ ਉਹ ਕੋਈ ਕਰਮਕਾਂਡ ਕਰਦਾ ਤੇ ਆਮ ਲੋਕੀ ਤਾਂ ਉਹਦੇ ਪਿੱਛੇ ਤੁਰ ਪੈਂਦੇ। ਸੋ ਔਰੰਗਜ਼ੇਬ ਸਮਝਦਾ ਸੀ ਕਿ ਜੇਕਰ ਕਸ਼ਮੀਰ ਦੇ ਇਹ ਜਿਹੜੇ ਸਕਾਲਿਸਟਿਕ ਅਪਰੋਚ ਵਾਲੇ ਬ੍ਰਾਹਮਣ ਨੇ, ਪੜ੍ਹੇ ਲਿਖੇ ਬ੍ਰਾਹਮਣ, ਜੇਕਰ ਇਹ ਦੀਨ ਇਸਲਾਮ 'ਚ ਆ ਜਾਣਗੇ ਤਾਂ ਬਾਕੀ ਸਾਰਿਆਂ ਤੇ ਆਪੇ ਹੀ ਆ ਜਾਣਾ ਕਿ ਸਾਡਾ ਪੜ੍ਹਿਆ ਲਿਖਿਆ ਵਰਗ ਇਸਲਾਮ 'ਚ ਆ ਗਿਆ। ਦੂਸਰੀ ਗੱਲ, ਜੇ ਇਹ ਬਗਾਵਤ ਕਰਨਗੇ ਤਾਂ ਫਿਰ ਜਿੰਨਾ ਵੀ ਕਸ਼ਮੀਰ ਦਾ ਆਲੇ ਦੁਆਲੇ ਦਾ ਇਲਾਕਾ, ਸਿਆਲਕੋਟ, ਐਬਟਾਬਾਦ, ਅਟਕ, ਮੁਜ਼ੱਫਰਾਬਾਦ, ਉਹ ਸਾਰਾ ਪਠਾਣਾ ਦਾ ਇਲਾਕਾ, ਫਿਰ ਇਹਨਾਂ ਦੀ ਬਗਾਵਤ ਨੂੰ ਦਬਾਇਆ ਜਾ ਸਕਦਾ। ਸੋ ਉਸ ਨੇ ਸਭ ਤੋਂ ਪਹਿਲਾਂ ਉਸ ਨੂੰ ਚੁਣਿਆ। ਉੱਥੇ ਵੀ ਪਹਿਲਾਂ ਗਵਰਨਰ ਸੈਫ ਖਾਨ ਸੀ, ਸੈਫ ਖਾਨ ਤੋਂ ਬਾਅਦ ਇਫਤਿਆਰ ਖਾਨ, ਫਿਰ ਇਫਤਿਆਰ ਖਾਨ ਨੂੰ ਬਦਲ ਕੇ ਫਿਰ ਦੁਬਾਰਾ ਭੇਜਿਆ ਜਾਂਦਾ, ਉਹਨੂੰ ਸ਼ੇਰ ਅਫਗਨ ਦੀ ਜਿਹੜੀ ਆ ਉਪਾਧੀ ਦਿੱਤੀ ਜਾਂਦੀ ਹੈ, ਤੇ ਉੱਥੇ ਫਿਰ ਸ਼ੁਰੂ ਕੀਤਾ ਜਾਂਦਾ ਕਿ ਇਹਨਾਂ ਲੋਕਾਂ ਨੂੰ ਦੀਨ-ਏ ਇਸਲਾਮ 'ਚ ਲਿਆਂਦਾ ਜਾਵੇ। ਹੁਣ ਸਮੱਸਿਆ ਕਿੱਥੇ ਹੈ ਕਿ ਸਾਡੇ ਇਤਿਹਾਸ ਦੇ ਸਰੋਤਾਂ ਦੇ ਨਾਲ ਬਹੁਤ ਵੱਡਾ ਖਿਲਵਾੜ ਹੋ ਰਿਹਾ। ਇੱਕ ਤਾਂ ਵੇਖੋ ਇਹ ਗੱਲ ਹੈ ਕਿ ਗੁਲਾਮ ਹੁਸੈਨ ਦੀ ਲਿਖਤ ਸਿਆਰੁਲ ਮੁਤਾਖਰੀਨ ਦੇ ਹਵਾਲੇ ਲੈ ਕੇ ਅੱਜ ਵੀ ਅਲੀਗੜ੍ਹ ਯੂਨੀਵਰਸਿਟੀ ਦੀ ਕਿਤਾਬ, ਇੱਕ ਇਲਾਹਾਬਾਦ ਯੂਨੀਵਰਸਿਟੀ ਦੀ ਕਿਤਾਬ, ਉਹਨਾਂ ਦੇ ਵਿੱਚ ਇਹ ਸਿੱਧ ਕਰਨ ਦਾ ਯਤਨ ਕੀਤਾ ਜਾ ਰਿਹਾ, ਜੋ ਬੱਚਿਆਂ ਨੂੰ ਪੜ੍ਹਾਇਆ ਜਾ ਰਿਹਾ, ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦਾ ਕਾਰਨ ਕਿਸੇ ਦੇ ਧਰਮ ਦੀ ਰੱਖਿਆ ਨਹੀਂ, ਬਲਕਿ ਗੁਰੂ ਸਾਹਿਬ ਤਾਂ ਇੱਕ ਨਕਸ਼ਬੰਦੀ ਸੈਯਦ ਹਫੀਜ਼ ਅਦਾਮ ਦੇ ਨਾਲ ਮਿਲ ਕੇ ਲੋਕਾਂ ਨੂੰ ਲੁੱਟਿਆ ਕਰਦੇ ਸੀ, ਔਰ ਉਸ ਲੁੱਟ ਖੋਹ ਦੇ ਜ਼ੁਰਮ ਦੇ ਕਰਕੇ ਗੁਰੂ ਸਾਹਿਬ ਨੂੰ ਕਤਲ ਕਰ ਦਿੱਤਾ ਗਿਆ। ਹੁਣ ਅਸੀਂ ਵੀ ਜ਼ਿਆਦਾ ਖੋਜ ਕਰਨ ਦੀ ਪ੍ਰਵਿਰਤੀ ਛੱਡ ਦਿੱਤੀ ਹੈ। ਜਿਹੜਾ ਹਫੀਜ਼ ਆਦਮ ਹੈ, ਉਹ ਤੇ ਗੁਰੂ ਸਾਹਿਬ ਦੇ ਗੁਰਤਾ ਗੱਦੀ ਦੇ ਉੱਪਰ ਬਰਾਜਣ ਤੋਂ ਵੀ 21 ਸਾਲ ਪਹਿਲਾਂ ਮਰ ਚੁੱਕਾ ਸੀ। ਦੂਜੀ ਗੱਲ, ਉਹ ਨਕਸ਼ਬੰਦੀ ਸੀ। ਨਕਸ਼ਬੰਦੀਆਂ ਦੇ ਬਾਰੇ ਅਸੀਂ ਕੱਲ੍ਹ ਤੁਹਾਡੇ ਨਾਲ ਗੱਲ ਕਰਾਂਗੇ ਕਿ ਨਕਸ਼ਬੰਦੀ ਤਾਂ ਪਹਿਲਾਂ ਹੀ ਗੁਰੂ ਘਰ ਦੇ ਵਿਰੋਧੀ ਸੀ, ਸੋ ਗੁਰੂ ਘਰ ਦੇ ਨਾਲ ਉਹਦੇ ਸੰਬੰਧ ਹੋਣੇ ਤਾਂ ਕਿਤੇ ਜਾਇਜ਼ ਹੀ ਨਹੀਂ ਹੈਗੇ। ਔਰ ਜਿੰਨੀਆਂ ਵੀ ਤਾਰੀਖ ਦੀਆਂ ਕਿਤਾਬਾਂ ਸ਼ਰਾਰਤੀ ਮਨਸ਼ਾ ਦੇ ਨਾਲ, ਜਿਹੜੀ ਮੈਂ ਅੱਗੇ ਵੀ ਗੱਲ ਕੀਤੀ ਸੀ ਨਾ ਕਿ ਸਾਡਾ ਪ੍ਰਚਾਰਕ ਵਰਗ ਵੀ ਇੱਕ ਸ਼ਰਾਰਤੀ ਮਨਸ਼ਾ ਦੇ ਨਾਲ ਇਤਿਹਾਸ ਨੂੰ ਬਦਲਣ ਦੇ ਯਤਨਾਂ ਦੇ ਵਿੱਚ ਹੈ। ਸੋ ਉਸ ਸ਼ਰਾਰਤੀ ਮਨਸ਼ਾ ਦੇ ਨਾਲ ਬਹੁਤ ਸਾਰੇ ਐਸੇ ਸਰੋਤ ਜਿਨ੍ਹਾਂ ਦੇ ਵਿੱਚ ਇਸ ਗੱਲ ਨੂੰ ਖਤਮ ਹੀ ਕਰ ਦਿੱਤਾ ਗਿਆ ਹੈ ਕਿ ਕਸ਼ਮੀਰੀ ਬ੍ਰਾਹਮਣ ਗੁਰੂ ਸਾਹਿਬ ਦੇ ਕੋਲ ਹੈ। ਹੁਣ ਅਗਲੀ ਗੱਲ ਤੇ ਆਈਏ, ਕਸ਼ਮੀਰ ਦੇ ਬ੍ਰਾਹਮਣਾਂ ਨੂੰ ਇਹ ਕਿਵੇਂ ਪਤਾ ਹੈ ਕਿ ਜੇ ਅਨੰਦਪੁਰ ਸਾਹਿਬ ਜਾਵਾਂਗੇ ਤੇ ਧਰਮ ਬਚ ਸਕਦਾ ਹੈ? ਹੁਣ ਇਹਦੇ ਵਾਸਤੇ ਵੀ ਸਾਨੂੰ ਥੋੜਾ ਜਿਹਾ ਪਿੱਛੇ ਜਾਣਾ ਪੈਣਾ। ਜਿਸ ਵੇਲੇ ਗੁਰੂ ਨਾਨਕ ਸਾਹਿਬ ਮਟਨ ਪਹੁੰਚੇ ਨੇ, ਜਿੱਥੇ ਅੱਜ ਗੁਰਦੁਆਰਾ ਮਟਨ ਸਾਹਿਬ ਹੈ, ਉੱਥੇ ਠਾਕੁਰਦਾਸ ਦਾ ਬੇਟਾ ਬ੍ਰਹਮਦੱਤ ਇੱਕ ਬੜਾ ਤਗੜਾ ਕਸ਼ਮੀਰੀ ਵਿਦਵਾਨ ਸੀ। ਉਸਨੇ 4 ਵੇਦ, 6 ਸ਼ਾਸਤਰ, 18 ਪ੍ਰਾਣ, 27 ਸਿਮਰਤੀਆਂ, 52 ਉਪਨਿਸ਼ਦ, ਇੱਕ ਗਾਇਤਰੀ ਮੰਤਰ, ਇਹਨਾਂ ਸਾਰੇ ਗ੍ਰੰਥਾਂ ਦੀ ਗਿਣਤੀ 108 ਬਣਦੀ। ਉਹਨੇ ਸਾਰੇ ਜਿਹੜੇ ਪੜ੍ਹੇ ਹੋਏ ਸੀ। ਇਹ ਗੁਰੂਕੁਲ ਦੀ ਕਿਸੇ ਸਮੇਂ ਪਰੰਪਰਾ ਰਹੀ ਹੈ। ਜਿਸ ਤਰ੍ਹਾਂ ਅਸੀਂ 5 ਸਾਲ ਦੇ ਵਿੱਚ MBBS ਦੀ ਡਿਗਰੀ ਕਰਦੇ ਹਾਂ, ਉਸ ਤੋਂ ਬਾਅਦ ਅਸੀਂ MBBS ਆਪਣੇ ਨਾਮ ਦੇ ਅੱਗੇ ਲਿਖ ਸਕਦੇ ਹਾਂ, ਜਾਂ ਕੋਈ ਵਿਅਕਤੀ ਉਸ ਤੋਂ ਬਾਅਦ ਮਾਸਟਰ ਕਰਦਾ ਹੈ, ਉਹ ਮੈਡੀਸਨ 'ਚ ਕਰੇਗਾ ਜਾਂ ਸਰਜਰੀ 'ਚ ਕਰੇਗਾ, MD ਜਾਂ MS ਲਿਖ ਸਕਦਾ ਹੈ। ਇਸੇ ਤਰ੍ਹਾਂ ਇਹਨਾਂ ਸਾਰੇ ਧਰਮ ਗ੍ਰੰਥਾਂ ਦਾ ਅਧਿਐਨ ਕਰਨ ਤੋਂ ਬਾਅਦ ਹੀ ਕੋਈ ਵਿਅਕਤੀ ਆਪਣੇ ਨਾਮ ਦੇ ਪਿੱਛੇ ਜਾਂ ਅੱਗੇ 108 ਸ਼ਬਦ ਦੀ ਵਰਤੋਂ ਕਰ ਸਕਦਾ। ਹੁਣ ਤੇ ਤੁਸੀਂ ਪੰਜਾਬ ਜਾ ਕੇ ਵੇਖੋ, ਹਰ ਗੱਡੀ ਦੇ ਉੱਪਰ ਲਿਖਿਆ, ਜਿਹਨੂੰ ਪੰਜਾਬੀ ਪੜ੍ਹਨੀ ਨਹੀਂ ਆਉਂਦੀ ਨਾ, ਉਹਨੇ ਵੀ ਉੱਪਰ ਗੱਡੀ ਤੇ ਲਿਖਿਆ 108 ਬ੍ਰਹਮ ਗਿਆਨੀ ਬਾਬਾ ਫਲਾਣਾ ਸਿੰਘ। 108 ਤਾਂ ਮਜ਼ਾਕ ਹੀ ਬਣਾ ਕੇ ਰੱਖ ਦਿੱਤਾ। ਸੋ ਨਾ ਸਾਨੂੰ ਪਤਾ ਉਹਦਾ ਮਤਲਬ ਕੀ, ਮੰਤਵ ਕੀ, ਮਕਸਦ ਕੀ, ਅਸੀਂ ਲਿਖਣਾ ਸ਼ੁਰੂ ਕਰ ਦਿੱਤਾ। ਸੋ ਖੈਰ, ਇਹ ਜਿਹੜਾ ਠਾਕੁਰਦਾਸ ਦਾ ਬੇਟਾ ਬ੍ਰਹਮਦੱਤ ਹੈ, ਇਹ ਬੜਾ ਚੰਗਾ ਵਿਦਵਾਨ ਸੀ। ਤੇ ਜਦੋਂ ਗੁਰੂ ਨਾਨਕ ਸਾਹਿਬ ਇਸ ਕੋਲ ਗਏ ਨੇ, ਇਹਨੇ ਆਪਣੀਆਂ ਕਿਤਾਬਾਂ ਦੇ ਉਸ ਹੰਕਾਰ ਦੇ ਵਿੱਚ ਗੁਰੂ ਨਾਨਕ ਸਾਹਿਬ ਨਾਲ ਚਰਚਾ ਕਰਨੀ ਚਾਹੀ।
ਤੇ ਗੁਰੂ ਨਾਨਕ ਸਾਹਿਬ ਨੇ ਇਹਦੇ ਸਾਹਮਣੇ ਇੱਕ ਸ਼ਬਦ ਬੜੇ ਪਿਆਰੇ ਰੂਪ ਦੇ ਵਿੱਚ ਪੜਿਆ, ਨਾਨਕ ਲੇਖੇ ਇੱਕ ਗੱਲ ਔਰ ਹੋਮੇ ਝਖਣਾ ਚਾਗ। ਕਹਿੰਦੇ ਪੰਡਤ ਜੀ ਇੰਨੀਆਂ ਕਿਤਾਬਾਂ ਇੰਨੇ ਗ੍ਰੰਥ ਪੜ੍ਹਨ ਤੋਂ ਬਾਅਦ ਜੇਕਰ ਇੱਕ ਦੇ ਨਾਲ ਸੰਜਮ ਦੇ ਨਾਲ ਜੁੜਨ ਦੀ ਵਿਧ ਪ੍ਰਾਪਤ ਨਹੀਂ ਹੋਈ ਨਾ, ਤਾਂ ਫਿਰ ਇਹਨਾਂ ਕਿਤਾਬਾਂ ਨੂੰ ਪੜ੍ਹਨ ਦਾ ਕੋਈ ਲਾਭ ਨਹੀਂ। ਇਹ ਗੁਰੂ ਨਾਨਕ ਸਾਹਿਬ ਦਾ ਸਿੱਖ ਬਣ ਗਿਆ। ਅੱਗੋਂ ਇਹਦਾ ਬੇਟਾ ਸੀ ਨਰੈਣ ਦੱਤ, ਨਰੈਣ ਦੱਤ ਦਾ ਬੇਟਾ ਸੀ ਅੜੂ ਰਾਮ ਦੱਤ, ਤੇ ਅੜੂ ਰਾਮ ਦੱਤ ਦਾ ਬੇਟਾ ਸੀ ਕਿਰਪਾ ਰਾਮ ਦੱਤ, ਜਿਹੜਾ ਫਿਰ ਉੱਥੋਂ ਦੇ ਬ੍ਰਾਹਮਣਾਂ ਨੂੰ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਆਇਆ। ਤੇ ਕਿਰਪਾ ਰਾਮ ਦੱਤ ਜਿਹੜਾ ਉਹ ਇਹ ਨਹੀਂ ਹੈ ਕਿ ਬਸ ਆਇਆ ਸੀ ਤੇ ਉਸ ਤੋਂ ਬਾਅਦ ਗੁਰੂ ਸਾਹਿਬ ਨੇ ਸ਼ਹਾਦਤ ਦੇਤੀ ਤੇ ਵਾਪਸ ਚਲਾ ਗਿਆ। ਕਿਰਪਾ ਰਾਮ ਦੱਤ ਅੰਮ੍ਰਿਤ ਛਕ ਕੇ ਸਿੰਘ ਸੱਜਿਆ, ਕਿਰਪਾ ਸਿੰਘ ਬਣਿਆ, ਆਪਣੇ 2 ਪੁੱਤਰਾਂ ਸਮੇਤ ਚਮਕੌਰ ਦੀ ਗੜੀ ਦੇ ਵਿੱਚ ਸ਼ਹੀਦ ਹੋਇਆ ਕਿਰਪਾ ਸਿੰਘ। ਸੋ ਗੁਰੂ ਸਾਹਿਬ ਨੇ ਉਹਨਾਂ ਨੂੰ ਕਹਿ ਦਿੱਤਾ ਕਿ ਤੁਸੀਂ ਆਪਣੇ ਬਾਦਸ਼ਾਹ ਨੂੰ, ਕਸ਼ਮੀਰ ਦੇ ਗਵਰਨਰ ਨੂੰ, ਕਿਉਂਕਿ ਹਿੰਦੁਸਤਾਨ ਦੇ ਬਾਦਸ਼ਾਹ ਨੂੰ ਸੁਨੇਹਾ ਦੇ ਦੇਵੇ, ਜੇਕਰ ਸਾਡਾ ਰਹਿਬਰ ਦੀਨ ਇਸਲਾਮ 'ਚ ਆ ਜਾਵੇ ਤਾਂ ਅਸੀਂ ਧਰਮ ਤਬਦੀਲ ਕਰ ਲਵਾਂਗੇ। ਇਹ ਸੁਨੇਹਾ ਪਹੁੰਚਿਆ। ਅਗਲੀ ਸਾਰੀ ਵਾਰਤਾਲਾਪ ਤੁਸੀਂ ਤਕਰੀਬਨ ਜਾਣਦੇ ਹੋ। ਗੁਰੂ ਤੇਗ ਬਹਾਦਰ ਸਾਹਿਬ, ਪਹਿਲਾਂ ਵੀ ਗ੍ਰਿਫਤਾਰੀਆਂ ਦੀ ਗੱਲ ਭਟਵਈਆਂ 'ਚ ਆਉਂਦੀ ਹੈ, ਉਹ ਜ਼ਿਆਦਾ ਵਿਸਥਾਰ ਦੇ ਵਿੱਚ ਨਾ ਜਾਈਏ, ਵਕਤ ਬਹੁਤ ਹੋ ਗਿਆ। ਸ਼ਹਾਦਤ ਦੇ ਉਸ ਸਮੇਂ 'ਤੇ ਆਉਂਦੇ ਆ ਜਿਸ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ ਕਿ ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨਹੂ ਆਨ। ਗੁਰੂ ਸਾਹਿਬ ਨੂੰ ਪਹਿਲੇ ਦਿਨ ਜਿਸ ਹਵੇਲੀ ਦੇ ਵਿੱਚ ਰੱਖਿਆ ਗਿਆ ਉਸ ਦੇ ਬਾਰੇ ਕਿਹਾ ਜਾਂਦਾ ਸੀ ਕਿ ਦਿਨੇ ਵੀ ਵਿਅਕਤੀ ਉੱਥੇ ਨਹੀਂ ਜਾਂਦਾ, ਕਿਉਂਕਿ ਉਹਦਾ ਜ਼ਿਕਰ ਕਨ੍ਹਈਆ ਲਾਲ ਨੇ ਤਰੀਖੇ ਪੰਜਾਬ 'ਚ ਕੀਤਾ ਹੈ। ਕਹਿੰਦਾ ਹੈ ਕਿ ਗੁਰੂ ਸਾਹਿਬ ਨੂੰ ਜਿਸ ਜਗ੍ਹਾ ਦੇ ਉੱਪਰ ਪਹਿਲੇ ਦਿਨ ਰੱਖਿਆ ਗਿਆ ਦਿੱਲੀ ਦੇ ਵਿੱਚ, ਦਿੱਲੀ ਸ਼ਹਿਰ ਦੇ ਵਿੱਚ ਮਸ਼ਹੂਰ ਸੀ ਕਿ ਦਿਨੇ ਵੀ ਕੋਈ ਵਿਅਕਤੀ ਉੱਥੇ ਨਹੀਂ ਜਾਂਦਾ, ਇੰਨਾ ਡਰਾਉਣਾ ਮਾਹੌਲ ਸੀ। ਪਰ ਕਹਿੰਦਾ ਜਦੋਂ ਗੁਰੂ ਸਾਹਿਬ ਉੱਥੇ ਰਾਤ ਰਹੇ ਤੇ ਸੈਯਦ ਅਬਦੁੱਲਾ ਦੀ ਅਗਵਾਈ ਦੇ ਵਿੱਚ ਗੁਰੂ ਸਾਹਿਬ ਦੇ ਉੱਪਰ ਨਜ਼ਰ ਰੱਖੀ ਤਾਂ ਉਸ ਨੇ ਸਵੇਰੇ ਰੋਜ਼ਨਾਮੇ 'ਚ ਪਤਾ ਕੀ ਲਿਖਿਆ, ਮਕਾਨੇ ਜ਼ਿੰਦਾ ਰਾਹ ਅੱਜ ਗੁਲਸਤਾਨ ਤਸੱਵਰ ਫਰਮੂਦਮ, ਕਿ ਉਹ ਮਕਾਨ ਜਿਸ ਦੇ ਵਿੱਚ ਲੋਕ ਦਿਨੇ ਵੀ ਨਹੀਂ ਸੀ ਜਾਂਦੇ, ਸਿੱਖਾਂ ਦਾ ਗੁਰੂ ਇੱਕ ਬਾਗ ਦੀ ਤਰ੍ਹਾਂ ਸਹਿਜ ਦੇ ਵਿੱਚ, ਆਨੰਦ ਦੇ ਵਿੱਚ ਉਸ ਬਾਗ ਦੇ ਵਿੱਚ ਰਾਤ ਨੂੰ ਟਹਿਲ ਰਿਹਾ ਸੀ। ਇਸ ਨੂੰ ਵੇਖ ਕੇ ਜਿਹੜਾ ਸੈਯਦ ਅਬਦੁੱਲਾ ਸੀ ਇਹ ਗੁਰੂ ਘਰ ਦਾ ਸਿੱਖ ਬਣ ਗਿਆ। ਇਹਨੇ ਦਿੱਲੀ ਦੇ ਕਿਲ੍ਹੇਦਾਰ ਦੀ ਨੌਕਰੀ ਛੱਡ ਦਿੱਤੀ, ਇਹ ਫਕੀਰ ਬਣ ਗਿਆ। ਔਰ ਜਿੰਨੇ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਾਅਦ ਦੇ ਵਿੱਚ ਮੁਸਲਮਾਨ ਜਰਨੈਲ ਜਿਹੜੇ ਨੇ ਉਹ ਗੁਰੂ ਸਾਹਿਬ ਦੇ ਸ਼ਰਧਾਲੂ ਬਣੇ ਨੇ, ਜਿਨ੍ਹਾਂ ਦੇ ਵਿੱਚ ਅਲਿਫ ਖਾਨ, ਫਤਿਹ ਖਾਨ, ਸੈਦ ਬੇਗ, ਸੈਦ ਖਾਨ, ਮਮੂਨ ਖਾਨ, ਇਹ ਸਾਰੇ ਸੈਯਦ ਅਬਦੁੱਲਾ ਦੇ ਸ਼ਰਧਾਲੂ ਸੀ, ਇਹਦੇ ਸਾਰੇ ਮੁਰੀਦ ਸੀ। ਸੋ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦਾ ਫਤਵਾ ਔਰ ਉਹਨਾਂ ਦੇ ਸਾਹਮਣੇ 3 ਵਿਕਲਪ, ਕਲਮਾ ਕੁਰਾਨ, 3 ਕਾਫ ਕਿਹਾ ਜਾਂਦਾ ਹੈ, 3 ਕਾਫ। ਕਲਮਾ ਕੁਰਾਨ ਪੜ੍ਹ ਲਵੋ ਤਾਂ ਵੀ ਜ਼ਿੰਦਗੀ ਬਚ ਸਕਦੀ ਹੈ। ਕਮਾਲੇ ਕਰਾਮਾਤ, ਕਰਾਮਾਤ ਦਾ ਕਮਾਲ ਵਿਖਾ ਦਿਓ ਤਾਂ ਵੀ ਜ਼ਿੰਦਗੀ ਬਚ ਸਕਦੀ ਹੈ। ਜੇ 2 ਨਹੀਂ ਪ੍ਰਵਾਨ ਹੈਗੇ ਤੇ ਫਿਰ ਕਤਲ। ਤੇ ਪਾਤਸ਼ਾਹ ਦਾ ਜਵਾਬ, ਜੇਕਰ ਮੈਂ ਕਲਮਾ ਕੁਰਾਨ ਪੜ੍ਹਦਾ ਮੇਰੇ ਧਰਮ ਦੀ ਸਰੀਰਕ ਮੌਤ ਹੁੰਦੀ ਹੈ, ਜੇਕਰ ਮੈਂ ਕਰਾਮਾਤ ਵਿਖਾਉਣਾ ਹੈ ਮੇਰੇ ਧਰਮ ਦੀ ਆਤਮਿਕ ਮੌਤ ਹੁੰਦੀ ਹੈ। ਪਰ ਜੇਕਰ ਮੈਂ ਮੌਤ ਪ੍ਰਵਾਨ ਕਰਦਾ ਉਹ ਤੇਰੇ ਵਾਸਤੇ ਕਤਲ, ਮੇਰੀ ਉਮਤ ਦੇ ਵਾਸਤੇ ਸ਼ਹਾਦਤ ਹੈ, ਤੇ ਮੇਰੀ ਸ਼ਹਾਦਤ ਦੇ ਨਾਲ ਮੇਰੀ ਉਮਤ ਦੀ ਆਤਮਾ ਤੇ ਮੇਰੀ ਉਮਤ ਦੇ ਸਰੀਰ ਨੂੰ ਬਲ ਮਿਲਦਾ ਹੈ। ਮੈਂ ਤੇਰਾ ਤੀਸਰਾ ਕਾਫ ਕਤਲ ਪ੍ਰਵਾਨ ਕਰਦਾ। ਕਾਜ਼ੀ ਵਹਾਬੁਦੀਨ ਬੜਾ ਕਰਪਟ ਬੰਦਾ ਸੀ ਉਹਨਾਂ ਸਮਿਆਂ ਦੇ, ਜਿਸ ਨੇ 33 ਲੱਖ ਦੀ ਕਰਪਸ਼ਨ ਕੀਤੀ ਸੀ, ਜਿਸ ਦਾ ਜ਼ਿਕਰ ਜਾਦੂਨਾਥ ਸਰਕਾਰ ਨੇ ਅਹਿਕਾਮੇ ਆਲਮਗੀਰੀ ਦਾ ਅਨੁਵਾਦ ਕੀਤਾ, ਜਿਹਦਾ ਜ਼ਿਕਰ ਕੀਤਾ ਇਸ ਦਾ। ਇੰਨਾ ਕਰਪਟ ਬੰਦਾ ਸੀ। ਉਸ ਨੇ ਗੁਰੂ ਸਾਹਿਬ ਨੂੰ ਸ਼ਹੀਦ ਕਰਨ ਦਾ ਜਿਹੜਾ ਸੀਗਾ ਉਹ ਫਤਵਾ ਜਾਰੀ ਕਰ ਦਿੱਤਾ। ਹੁਣ ਇਹਦੇ ਵਿੱਚ ਜਿਵੇਂ ਫੈਜ਼ ਨੇ ਇੱਕ ਗੱਲ ਕਹੀ ਨਾ, ਜੇ ਜਾਨ ਤੋਂ ਆਨੀ ਜਾਨੀ ਹੈ ਇਸ ਜਾਨ ਕੀ ਤੋਂ ਕੋਈ ਬਾਤ ਨਹੀਂ, ਜਿਸ ਦਾ ਜਿਸੇ ਕੋਈ ਮਕਤਲ ਮਿਲ ਗਿਆ ਉਹ ਸ਼ਾਨ ਸਲਾਮਤ ਰਹਿਤੀ ਹੈ। ਸੋ ਗੁਰੂ ਸਾਹਿਬ ਇਹ ਸਾਰੇ ਵਰਤਾਰੇ ਦੇ ਬਾਰੇ ਕਹਿੰਦੇ ਨੇ, ਤਿਲਕ ਜੰਜੂ ਰਾਖਾ ਪ੍ਰਭ ਤਾਕਾ। ਇਸ ਤੋਂ ਵੱਡੀ ਗਵਾਹੀ ਦੀ ਸਾਨੂੰ ਕੋਈ ਲੋੜ ਨਹੀਂ ਕਿ ਉਹਨਾਂ ਦੇ ਤਾਕਾ, ਉਹਨਾਂ ਦੇ ਤਿਲਕ ਦੇ ਵਾਸਤੇ, ਉਹਨਾਂ ਦੇ ਜੰਜੂ ਦੇ ਵਾਸਤੇ, ਉਹਨਾਂ ਦੀ ਧੋਤੀ ਟੋਪੀ ਜਨੇਊ ਦੇ ਵਾਸਤੇ ਕੀਨੋ ਵੱਡੋ ਕਲੂ ਮੈਂ ਸਾਕਾ। ਔਰ ਸਭ ਤੋਂ ਵੱਧ ਉਸ ਸਮੇਂ ਦੀ ਜਿਹੜੀ ਸਮਕਾਲੀ ਗਵਾਹੀ ਹੈ ਬੜੀ ਅਹਿਮ ਹੈ, ਕਿਉਂਕਿ ਅਕਸਰ ਅਸੀਂ ਕਹਿਣਾ ਸ਼ੁਰੂ ਕਰ ਦਿੱਤਾ ਤੇਗ ਬਹਾਦਰ ਹਿੰਦ ਦੀ ਚਾਦਰ। ਹੁਣ ਜਿਸ ਤਰ੍ਹਾਂ ਦੀਆਂ ਵਿਆਖਿਆਵਾਂ ਸਾਡੀਆਂ ਸਟੇਜਾਂ ਤੋਂ ਆ ਰਹੀਆਂ ਨੇ, ਅਸੀਂ ਹਿੰਦੂ ਧਰਮ ਦੀ ਚਾਦਰ ਕਹਿਣਾ ਸ਼ੁਰੂ ਕਰ ਦਿੱਤਾ ਹੈ। ਪਰ ਕਵੀ ਸੈਨਾਪਤ ਦੇ ਸ਼ਬਦਾਂ ਦੇ ਵਿੱਚ, ਪ੍ਰਗਟ ਭਏ ਗੁਰੂ ਤੇਗ ਬਹਾਦਰ ਸਗਲ ਸ਼ਿਸ਼ਟ ਪੇ ਟਾਪੀ ਚਾਦਰ। ਹੁਣ ਮੈਂ ਤੁਹਾਨੂੰ ਇੱਕ ਉਦਾਹਰਨ ਦੇਵਾਂ। ਸਾਡੇ ਬੱਚੇ ਸਕੂਲ 'ਚ ਜਨ ਗਣ ਮਨ ਪੜ੍ਹਦੇ ਆ ਨਾ, ਉਹ 'ਚ ਪੜ੍ਹਦੇ ਨੇ ਗੁਜਰਾਤ, ਸਿੰਧ, ਇਹੀ ਪੜ੍ਹਦੇ ਨੇ।
ਪੰਜਾਬ, ਸਿੰਧ, ਗੁਜਰਾਤ, ਮਰਾਠਾ। ਪਰ ਸਿੰਧ ਇਸ ਵੇਲੇ ਇਸ ਦੇਸ਼ ਦਾ ਹਿੱਸਾ ਤਾਂ ਨਹੀਂ ਹੈਗਾ। ਜਦੋਂ ਗੁਰੂ ਸਾਹਿਬ ਸੀ ਬੰਗਾਲ ਸੀ, ਹੁਣ ਬੰਗਲਾਦੇਸ਼ ਬਣ ਗਿਆ, ਹੁਣ ਢਾਕਾ ਸਾਡਾ ਹਿੱਸਾ ਨਹੀਂ ਹੈਗਾ। ਇਹਦਾ ਮਤਲਬ ਕਿ ਜੇਕਰ ਕਿਸੇ ਦੇ ਰੂਹਾਨੀਅਤ ਦੇ, ਸ਼ਹਾਦਤ ਦੇ ਤੁਸੀਂ ਉਸ ਮਕਾਮ ਨੂੰ ਤੁਸੀਂ ਭੂਗੋਲਿਕ ਦਾਇਰੇ 'ਚ ਦੇਖ ਕੇ ਵੇਖੋਗੇ, ਤੇ ਭੂਗੋਲਿਕ ਦਾਇਰਾ ਤਾਂ ਦੇਸ਼ਾਂ ਦਾ ਬਦਲਦਾ ਰਹਿੰਦਾ, ਛੋਟਾ ਵੱਡਾ ਹੁੰਦਾ ਰਹਿੰਦਾ, ਤੇ ਕੀ ਇਹ ਹਿੰਦ ਦੀ ਚਾਦਰ ਦਾ ਜਿਹੜਾ ਸੰਕਲਪ ਹੈ ਛੋਟਾ ਵੱਡਾ ਹੁੰਦਾ ਰਹੇਗਾ? ਹੋ ਸਕਦਾ ਕੱਲ੍ਹ ਨੂੰ ਦੇਸ਼ ਦੇ ਹੋਰ ਟੁਕੜੇ ਹੋ ਜਾਣ ਤੇ ਚਾਦਰ ਛੋਟੀ ਹੋਗੀ? ਨਹੀਂ, ਇਸ ਨੂੰ ਰੂਹਾਨੀਅਤ ਦੇ ਦਾਇਰੇ 'ਚ ਵੇਖਣਾ ਪਵੇਗਾ। ਸਗਲ ਸਿਸ਼ਟ ਪੇ ਢਾਪੀ ਚਾਦਰ, ਸਿਸ਼ਟੀ ਦੀ ਚਾਦਰ। ਤੇ ਹੁਣ ਇੱਕ ਹੋਰ ਹੀ ਗੱਲ ਸ਼ੁਰੂ ਹੋ ਗਈ ਹੈ, ਗੁਰੂ ਸਾਹਿਬ ਦਾ ਬਲੀਦਾਨ, ਗੁਰੂ ਸਾਹਿਬ ਦੀ ਕੁਰਬਾਨੀ। ਇਸਲਾਮ ਧਰਮ ਦੇ ਬਾਨੀ ਜਿਹੜੇ ਨੇ ਹਜ਼ਰਤ ਮੁਹੰਮਦ ਸਾਹਿਬ, ਉਹਨਾਂ ਦੇ ਦੋਹਤਰੇ ਹਜ਼ਰਤ ਹੁਸੈਨ ਤੇ ਉਹਦੇ ਦੋ ਬੇਟੇ ਅਲੀ ਅਲ ਅਸਗਰ ਤੇ ਅਲੀ ਅਲ ਅਕਬਰ ਕਰਬਲਾ ਦੀ ਜੰਗ ਦੇ ਵਿੱਚ ਸ਼ਹੀਦ ਹੋਏ ਨੇ। ਕਿਤੇ ਕੁਰਬਾਨੀ ਕਹਿ ਕੇ ਵੇਖੋ ਤਾਂ ਤੁਹਾਡੇ ਗੱਲ ਪੈ ਜਾਣਗੇ, ਕਿਉਂਕਿ ਕੁਰਬਾਨ ਸ਼ਬਦ ਹੀਬਰੂ 'ਚ ਆਇਆ। ਕੌਰਬਾਨ, ਕਿਰਬਾਨ, ਕੁਰਬਾਨ, ਕੁਰਬਾਨੀ, ਇਹ ਸ਼ਬਦ ਹੀਬਰੂ 'ਚ ਆਏ ਨੇ, ਉਸ ਤੋਂ ਬਾਅਦ ਅਰੈਬਿਕ 'ਚ ਆਏ ਨੇ। ਤੇ ਇਹਦਾ ਮਤਲਬ ਹੁੰਦਾ ਹੈ ਕਿ ਪਰਮਾਤਮਾ ਨੂੰ ਖੁਸ਼ ਕਰਨ ਦੇ ਵਾਸਤੇ ਤੋਹਫੇ ਦੇ ਵਿੱਚ ਉਹ ਚੀਜ਼ ਦੇਣੀ ਜਿਹਨੂੰ ਤੁਸੀਂ ਬੜਾ ਪਿਆਰ ਕਰਦੇ ਹੋ। ਔਰ ਇਹ ਸ਼ੁਰੂ ਹੋਈ ਸੀ ਹਜ਼ਰਤ ਇਬਰਾਹੀਮ ਨੂੰ, ਜਦੋਂ ਹਜ਼ਰਤ ਇਬਰਾਹੀਮ ਨੂੰ ਪਰਮਾਤਮਾ ਨੇ ਕਿਹਾ ਕਿ ਆਪਣੇ ਪੁੱਤਰ ਇਸਮਾਇਲ ਦੀ ਕੁਰਬਾਨੀ ਦੇ। ਇਸਮਾਇਲ ਦੀ ਜਗ੍ਹਾ ਦੇ ਉੱਪਰ ਬੱਕਰਾ ਬਣ ਗਿਆ। ਤੇ ਹੁਣ ਮੁਸਲਮਾਨ ਵੀਰਾ ਬਕਰੀਦ ਜਾਂ ਈਦ ਜਦੋਂ ਆਉਂਦੀ ਹੈ ਤੇ ਬੱਕਰੇ ਦੀ ਜਾਂ ਭੇਡੂ ਦੀ ਜਾਂ ਗਊ ਦੀ ਜਿਹੜੀ ਕੁਰਬਾਨੀ ਦਿੰਦੇ ਨੇ, ਪਰ ਕੁਰਬਾਨੀ ਦੇਣ ਵਾਲੇ ਜਾਨਵਰ ਦੀ ਆਪਣੀ ਰਜ਼ਾ ਕਦੀ ਸ਼ਾਮਲ ਹੁੰਦੀ ਉਹਦੇ 'ਚ? ਕੁਰਬਾਨੀ ਦਿੱਤੀ ਜਾਂਦੀ ਹੈ, ਪਰ ਜਿਸ ਦੀ ਕੁਰਬਾਨੀ ਦਿੱਤੀ ਜਾ ਰਹੀ ਹੁੰਦੀ ਉਹਦੀ ਆਪਣੀ ਇੱਛਾ ਥੋੜਾ ਸ਼ਾਮਲ ਹੁੰਦੀ ਹੈ। ਕੋਈ ਜੀਵ ਮਰਨਾ ਚਾਹੁੰਦਾ ਹੈ। ਇਸੇ ਤਰ੍ਹਾਂ ਬਲੀਦਾਨ, ਯਜੁਰਵੇਦ ਨੂੰ ਪੜ੍ਹ ਕੇ ਵੇਖੋ, ਉਹਦੇ ਵਿੱਚ ਅਸ਼ਵਮੇਘ ਜਗ ਦੀ ਆਉਂਦੀ ਹੈ, ਨਰ ਬਲੀ ਦੀ ਗੱਲ ਆਉਂਦੀ ਹੈ, ਗੈਂਡੇ ਦੀ ਬਲੀ ਦੀ ਗੱਲ ਆਉਂਦੀ ਹੈ, ਅਸ਼ਵ ਘੋੜੇ ਦੀ ਬਲੀ ਦੀ ਗੱਲ ਆਉਂਦੀ ਹੈ। ਪਰ ਜਿਸ ਜੀਵ ਦੀ ਬਲੀ ਦਿੱਤੀ ਜਾ ਰਹੀ ਹੁੰਦੀ ਹੈ, ਕੀ ਉਹਦੀ ਆਪਣੀ ਇੱਛਾ ਸ਼ਾਮਲ ਹੁੰਦੀ ਹੈ? ਨਹੀਂ। ਸੋ ਗੁਰੂ ਸਾਹਿਬ ਦੀ ਨਾ ਕੁਰਬਾਨੀ ਹੈ, ਨਾ ਇਹ ਬਲੀਦਾਨ ਹੈ, ਇਹ ਸ਼ਹਾਦਤ ਹੈ। ਤੇ ਸ਼ਹਾਦਤ ਦੇ ਵਿੱਚ ਸ਼ਹੀਦ ਦੀ ਆਪਣੀ ਇੱਛਾ ਹੁੰਦੀ ਹੈ, ਉਹ ਆਪਣੀ ਮਰਜ਼ੀ ਨਾਲ ਚੁਣਦਾ ਹੈ। ਜੇ ਜਾਨ ਤੋਂ ਆਨੀ ਜਾਨੀ ਹੈ, ਇਸ जान की तो कोई बात नहीं, जिस दज से कोई बख्तल में गया वो शान सलामत रहती है। ਤੇ ਜਦੋਂ ਇੱਕ ਸਾਕਾ ਵਰਦਾ ਨਾ, ਉਹਦੇ 'ਚ ਚਾਰ ਚੀਜ਼ਾਂ ਸ਼ਾਮਲ ਹੁੰਦੀਆਂ ਨੇ, ਕਤਲ, ਕਾਤਲ, ਮਕਤਲ, ਮਕਤੂਲ। ਕਤਲ ਕਰਨ ਦੀ ਕਿਰਿਆ, ਮਕਤਲ ਜਿਸ ਜਗ੍ਹਾ ਤੇ ਹੁੰਦੀ ਹੈ, ਮਕਤੂਲ ਜਿਸ ਦਾ ਕੀਤਾ ਜਾਂਦਾ ਹੈ, ਤੇ ਮਕਤਲ ਜਿਸ ਜਗ੍ਹਾ ਤੇ ਕੀਤਾ ਜਾਂਦਾ ਹੈ, ਤੇ ਕਾਤਲ ਜਿਹੜਾ ਕਰਦਾ ਹੈ। ਕਤਲ, ਕਾਤਲ, ਮਕਤਲ ਔਰ ਮਕਤੂਲ। ਤੇ ਜਦੋਂ ਇਹ ਚਾਰ ਚੀਜ਼ਾਂ ਇਕੱਠੀਆਂ ਹੁੰਦੀਆਂ ਨੇ ਤੇ ਅੱਗੋਂ ਕੋਈ ਵੀ ਹਥਿਆਰਬੰਦ ਵਿਰੋਧ ਨਹੀਂ ਕੀਤਾ ਜਾਂਦਾ, ਫਿਰ ਇਸ ਨੂੰ ਡਿਫਾਈਨ ਕੀਤਾ ਜਾਂਦਾ ਸਾਕਾ। ਤਿਲਕ ਜੰਜੂ ਰਾਖਾ ਪ੍ਰਭ ਤਾਕਾ, ਕੀਨੋ ਬੜੋ ਕਲੂ ਮੈਂ ਸਾਕਾ। ਹੁਣ ਗੁਰੂ ਸਾਹਿਬ ਉਸ ਪੇਸ਼ਕਸ਼ ਨੂੰ ਠਹਿਰਾਉਂਦੇ ਨੇ, ਸ਼ਹਾਦਤ ਨੂੰ ਪ੍ਰਵਾਨ ਕਰਦੇ ਨੇ, ਜਿਸ ਨੂੰ ਗੁੰਚਾ ਜੀ ਨੇ ਆਪਣੀ ਕਵਿਤਾ 'ਚ ਬੜਾ ਪਿਆਰਾ ਲਿਖਿਆ। ਉਹ ਭਵਿੱਖ ਦੀ ਗੱਲ ਜੇ ਅਸੀਂ ਵੇਖਣੀ ਹੋਵੇ ਗੁਰੂ ਸਾਹਿਬ ਦੇ ਸ਼ਬਦਾਂ 'ਚ, ਤੇ ਕਹਿੰਦੇ ਗੁਰੂ ਸਾਹਿਬ ਨੇ ਕਾਜ਼ੀ ਵਹਾਬੁਦੀਨ ਨੂੰ ਬਾਦਸ਼ਾਹ ਦੇ ਸਾਹਮਣੇ ਬੈਠਿਆ ਗਿਆ, ਕਹਿੰਦੇ ਮੈਂ ਹਾਂ ਤੇਗ ਤੇ ਪਰਖ ਲੈ ਤੇਗ ਤੂੰ ਵੀ, ਇੱਕ ਦੋ ਨਹੀਂ ਪਰਖ ਲੈ 100 ਤੇਗਾਂ। ਮੈਂ ਤਾਂ ਜੰਮਦਿਆਂ ਤੇਗਾਂ ਦੀ ਸ਼ਾਨ ਮਾਣੀ, ਮੇਰਾ ਕੁਝ ਨਹੀਂ ਸਕਦੀਆਂ ਖੋਹ ਤੇਗਾਂ। ਮੈਨੂੰ ਤੇਗ ਬਹਾਦਰ ਦਾ ਲਕਬ ਮਿਲਿਆ, ਮੇਰੇ ਪਿਓ ਨੇ ਪਹਿਨੀਆਂ 2 ਤੇਗਾਂ। ਮੇਰੇ ਪਿਤਾ ਦੀ ਅਣਖ ਬਹਾਦਰੀ ਤੇ ਰਿਆ, ਪਰਖਦਾ ਤੇਰਾ ਪਿਓ ਤੇਗਾਂ। ਹੁਣ ਵੇਖੀ ਆਉਂਦੇ ਭਵਿੱਖ ਅੰਦਰ ਮੇਰੇ ਪੁੱਤ ਨੇ ਵਾਹੁਣੀਆਂ ਉਹ ਤੇਗਾਂ। ਉਹਦੀ ਤੇਗ 'ਚੋਂ ਜਿਹੜੀ ਤੇਗ ਨਿਕਲੂ, ਲੱਖਾਂ ਲਊਗੀ ਤੇਰੀਆਂ ਖੋਹ ਤੇਗਾਂ। ਸੋ ਗੁਰੂ ਸਾਹਿਬ ਦੀ ਸ਼ਹਾਦਤ ਹੁੰਦੀ ਹੈ, ਨਾਲ 3 ਸਿੱਖਾਂ ਦੀ ਸ਼ਹਾਦਤ, ਜਿਨ੍ਹਾਂ ਬਾਰੇ ਵਿਸਥਾਰ 'ਚ ਜਾਣ ਦੀ ਲੋੜ ਨਹੀਂ, ਤੁਸੀਂ ਸਾਰੇ ਜਾਣਦੇ ਹੋ। ਤੇ ਗੁਰੂ ਸਾਹਿਬ ਦਾ ਸੀਸ ਲੈ ਕੇ ਜਦੋਂ ਭਾਈ ਉਦਾ ਜੀ, ਭਾਈ ਨਾਨੂ ਜੀ, ਭਾਈ ਜੈਤਾ ਜੀ ਅਨੰਦਪੁਰ ਸਾਹਿਬ ਨੂੰ ਜਾ ਰਹੇ ਨੇ, ਤਰਾਵੜੀ ਰੁਕੇ ਨੇ ਭਾਈ ਦੇਵਾ ਰਾਮ ਦੇ ਘਰ। ਹੁਣ ਭਾਈ ਜੈਤਾ ਜੀ ਨੇ ਇੱਕ ਖਾਰੀ ਦੇ ਵਿੱਚ ਗੁਰੂ ਸਾਹਿਬ ਦਾ ਸੀਸ ਕੱਪੜੇ 'ਚ ਲਪੇਟ ਕੇ ਰੱਖਿਆ ਹੋਇਆ। ਕਿਤੇ ਰੁਕਣਾ ਚਾਹੁੰਦੇ ਨੇ ਭਾਈ ਜੈਤਾ ਜੀ, ਜਿਹੜੇ ਬਾਅਦ ਦੇ ਵਿੱਚ ਬਾਬਾ ਜੀਵਨ ਸਿੰਘ ਜੀ ਬਣ ਕੇ ਚੱਕੀਆਂ ਪਿੰਡ ਦੀ ਜੂਹ ਦੇ ਵਿੱਚ ਸ਼ਹੀਦ ਹੁੰਦੇ ਨੇ, ਅਨੰਦਪੁਰ ਸਾਹਿਬ ਨੂੰ ਛੱਡ ਕੇ ਕਿਤੇ ਰੁਕਣਾ ਚਾਹੁੰਦੇ ਨੇ। ਤੇ ਉਹ ਵੇਖਦੇ ਨੇ ਕਿ ਇੱਕ ਘਰ ਜਿੱਥੇ ਦੀਵਾ ਜਗ ਰਿਹਾ, ਉੱਥੇ ਰੁਕਣ ਦੀ ਇਜਾਜ਼ਤ ਮੰਗਦੇ ਨੇ। ਦੇਵਾ ਰਾਮ ਦਾ ਘਰ ਹੈ। ਤੇ ਦੇਵਾ ਰਾਮ ਉਹਨਾਂ ਨੂੰ ਵੇਖ ਕੇ ਕਹਿੰਦਾ ਤੂੰ ਸਿੱਖ ਲੱਗਦਾ ਹੈ। ਕਿਹਦਾ ਸਿੱਖ ਹੈ? ਕਹਿੰਦਾ ਮੈਂ 9ਵੇਂ ਗੁਰੂ ਦਾ ਸਿੱਖ। ਉਹਨੂੰ ਅਜੇ ਤੱਕ ਨਹੀਂ ਸੀ ਪਤਾ ਗੁਰੂ ਸਾਹਿਬ ਸ਼ਹੀਦ ਹੋ ਚੁੱਕੇ ਨੇ। ਕਹਿੰਦਾ ਮੈਂ ਵੀ ਇੱਕ ਵਾਰੀ ਅਨੰਦਪੁਰ ਸਾਹਿਬ ਗਿਆ ਸੀ। ਤੇ ਭਾਈ ਜੈਤਾ ਉਹਨੂੰ ਨਹੀਂ ਦੱਸ ਰਿਹਾ ਕਿ ਉਹਦੇ ਕੋਲ ਕੀ ਹੈ। ਉਹ ਖਾਰੀ ਲੈ ਕੇ, ਜਿਹਨੂੰ ਟੋਕਰੀ ਕਿਹਾ ਜਾਂਦਾ, ਜਿਹਦੇ 'ਚ ਗੁਰੂ ਸਾਹਿਬ ਦਾ ਸੀਸ ਇੱਕ ਕੱਪੜੇ 'ਚ ਲਪੇਟ ਕੇ ਰੱਖਿਆ ਹੋਇਆ ਸੀ, ਉਹ ਆਪਣੇ ਹੱਥਾਂ 'ਤੇ ਲੈ ਕੇ ਬੈਠਾ ਕਿ ਥੱਲੇ ਨਹੀਂ ਰੱਖਣਾ ਚਾਹੁੰਦਾ। ਉਹ ਕਹਿੰਦਾ ਮੈਂ ਵੀ, ਦੇਵਾ ਰਾਮ ਕਹਿੰਦਾ ਮੈਂ ਵੀ ਇੱਕ ਵਾਰੀ ਗਿਆ ਸੀ ਅਨੰਦਪੁਰ ਸਾਹਿਬ, ਤੇ ਮੈਂ ਸਿੱਖਾਂ ਦੇ 9ਵੇਂ ਗੁਰੂ ਦੇ ਦੀਦਾਰ ਕੀਤੇ ਸੀ।
ਤੇ ਮੈਂ ਉਹਨਾਂ ਨੂੰ ਬੇਨਤੀ ਕੀਤੀ ਸੀ, ਪਾਤਸ਼ਾਹ ਕਿਤੇ ਮੇਰੇ ਘਰ ਵੀ ਚਰਨ ਪਾਇਓ। ਤੇ ਪਾਤਸ਼ਾਹ ਨੇ ਕਿਹਾ ਸੀ, ਦੇਵਾ ਰਾਮ ਮੇਰਾ ਤੇਰੇ ਨਾਲ ਪ੍ਰਣ ਰਿਹਾ, ਮੈਂ ਇੱਕ ਰਾਤ ਤੇਰੇ ਕੋਲ ਜ਼ਰੂਰ ਕੱਟਾਂਗਾ। ਤੇ ਹੁਣ ਭਾਈ ਚੇਤੇ ਦੀ ਅੱਖਾਂ ਦੇ ਵਿੱਚ ਹੰਝੂ ਨੇ ਤੇ ਉਹ ਕੱਪੜਾ ਖੋਲਦਾ, ਕਹਿੰਦਾ ਆ ਉਸ ਗੁਰੂ ਦਾ ਸੀਸ ਜਿਹੜਾ ਅੱਜ ਰਾਤ ਤੇਰੇ ਘਰ ਰਵੇਗਾ, ਕਿਉਂਕਿ ਇਸ ਗੁਰੂ ਨੇ ਪ੍ਰਣ ਕੀਤਾ ਹੈ ਕਿ ਇੱਕ ਰਾਤ ਤੇਰੇ ਘਰ ਦੇ ਵਿੱਚ ਜ਼ਰੂਰ ਕੱਟਾਂਗਾ। ਉੱਥੇ ਫਿਰ ਤੁਹਾਡੀ ਜੋਤ ਔਰ ਜੁਗਤ ਦੀ ਗੱਲ ਆ ਗਈ। ਸੋ ਇਸ ਕਰਕੇ ਇਹਨਾਂ ਵਰਤਾਰਿਆਂ ਨੂੰ ਰੂਹਾਨੀਅਤ ਦੀ, ਆਤਮ ਗਿਆਨ ਦੀ ਲੌਚ ਸਮਝਣਾ ਬਹੁਤ ਜ਼ਰੂਰੀ ਹੈ। ਇੱਕ ਬੇਨਤੀ ਮੈਂ ਫਿਰ ਕਰ ਦੇਵਾਂ ਜਿਹੜੀ ਆਰੰਭ ਦੇ ਵਿੱਚ ਕੀਤੀ ਸੀ, ਰਾਜਨੀਤਿਕ ਲਾਲਸਾਵਾਂ ਦੇ ਪਿੱਛੇ ਲੱਗ ਕੇ ਇਤਿਹਾਸ ਦੇ ਨਾਲ ਵਿਸਾਹਘਾਤ ਨਾ ਕਰੀਏ। ਨਾ ਗੁਰੂ ਮਾਫ ਕਰੇਗਾ ਤੇ ਨਾ ਭਵਿੱਖ ਦੀ ਪੀੜ੍ਹੀ ਮਾਫ ਕਰੇਗੀ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਫਤਿਹ ਦੀ ਸਾਂਝ ਸਤਿਕਾਰ ਸਹਿਤ ਆਖਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ